वाहिगुरु जी का खालसा वाहिगुरु जी की फतेह। गुरु प्यारी गुरु सवारी साध संगत आप जी ਸਵੇਰ ਦੀ ਇਸ ਆਨਲਾਈਨ ਗੁਰਮਤਿ ਕਲਾਸ ਦੇ ਵਿੱਚ ਜੁੜ ਚੁੱਕੇ ਹੋ, ਜਿਸ ਵਿੱਚ ਆਪਾਂ ਲੜੀਵਾਰ ਸਿੱਖ ਇਤਿਹਾਸ ਵਾਚ ਰਹੇ ਹਾਂ। ਸਿੱਖ ਰਾਜ ਕਿਵੇਂ ਗਿਆ ਸਿਰਲੇਖ ਦੇ ਅਧੀਨ ਆਪ ਜੀ ਸਰਵਣ ਕਰ ਰਹੇ ਹੋ ਕਿ ਸਿੱਖਾਂ ਦਾ ਜੋ ਰਾਜ ਸੀ ਉਹ ਕਿਵੇਂ ਗਿਆ। ਉਹ ਸਾਰੀ ਦੀ ਸਾਰੀ ਗਾਥਾ ਆਪ ਜੀ ਨੇ ਪਿਛਲੇ ਦਿਨਾਂ ਤੋਂ ਸਰਵਣ ਕੀਤੀ ਹੈ। ਹੁਣ ਤੱਕ ਆਪ ਜੀ ਨੇ ਸਰਵਣ ਕੀਤਾ ਸੀ ਕਿ ਕਿਵੇਂ ਅੰਗਰੇਜ਼ਾਂ ਦੇ ਨਾਲ ਲੜਾਈ ਹੋਈ ਤੇ ਕਿਵੇਂ ਅੰਗਰੇਜ਼ਾਂ ਨੇ ਦਖਲ ਦਿੱਤਾ ਪੰਜਾਬ ਦੇ ਰਾਜਨੀਤਿਕ ਹਾਲਾਤਾਂ ਦੇ ਵਿੱਚ। ਫਿਰ ਉਸ ਤੋਂ ਬਾਅਦ ਬਗਾਵਤ ਉੱਠੀ, ਜੋ ਮੁਲਤਾਨ ਦੀ ਬਗਾਵਤ ਹੈ ਪਹਿਲੀ, ਉਹਦੇ ਬਾਰੇ ਆਪ ਜੀ ਨੇ ਥੋੜ੍ਹਾ ਜਿਹਾ ਸਰਵਣ ਕੀਤਾ ਸੀ ਕਿ ਕਿਵੇਂ ਮੂਲ ਰਾਜ ਨਾਮ ਦਾ ਦੀਵਾਨ ਹੈ ਜਿਹੜਾ ਉਹ ਬਗਾਵਤ ਦੇ ਵਿੱਚ ਹਿੱਸਾ ਲੈਂਦਾ ਹੈ ਤੇ ਮੁਲਤਾਨ ਦੇ ਨਾਲ ਨਾਲ ਕਈ ਲੜਾਈਆਂ ਨਿੱਕੀਆਂ ਨਿੱਕੀਆਂ ਲੜਾਈਆਂ ਹੁੰਦੀਆਂ। ਫਿਰ ਉਸ ਤੋਂ ਬਾਅਦ ਮਹਾਰਾਣੀ ਦੇ ਉੱਤੇ ਵਿਪਤਾ ਬਣਦੀ ਹੈ। ਉਹਨੂੰ ਮਹਾਰਾਣੀ ਨੂੰ ਜਿਹੜਾ ਹੈ ਉਹ ਬਹੁਤ ਬੇਇੱਜ਼ਤ ਕੀਤਾ ਜਾਂਦਾ ਹੈ ਤੇ ਮਹਾਰਾਣੀ ਤੇ ਕਈ ਇਲਜ਼ਾਮ ਲੱਗਦੇ ਮਹਾਰਾਣੀ ਜਿੰਦਾ ਤੇ। ਫਿਰ ਉਸ ਤੋਂ ਬਾਅਦ ਦੇਸ਼ ਨਿਕਾਲਾ ਦੇ ਦਿੱਤਾ ਜਾਂਦਾ ਹੈ, ਮਹਾਰਾਣੀ ਜਿੰਦ ਕੌਰ ਨੂੰ ਬਨਾਰਸ ਭੇਜ ਦਿੱਤਾ ਜਾਂਦਾ ਹੈ। ਇਹ ਸਾਰੀ ਦੀ ਸਾਰੀ ਗਾਥਾ ਜਿਹੜੀ ਹੈ ਸਾਧ ਸੰਗਤ ਬੜੀ ਦੁਖਿਆਰੀ ਗਾਥਾ ਹੈ। ਬਹੁਤ ਲੰਬਾ ਇਤਿਹਾਸ ਹੈ ਮਹਾਰਾਣੀ ਜਿੰਦਾ ਦਾ ਤੇ ਮਹਾਰਾਜਾ ਦਲੀਪ ਸਿੰਘ ਦਾ। ਤੇ ਇਸ ਤੋਂ ਬਾਅਦ ਸਾਧ ਸੰਗਤ ਇੱਕ ਸਰਦਾਰ ਚਤਰ ਸਿੰਘ ਅਟਾਰੀ ਵਾਲੇ ਹੋਏ ਆ। ਉਹਨਾਂ ਦਾ ਵੀ ਸੰਬੰਧ ਫਿਰ ਇਸ ਮੁਲਤਾਨ ਦੀ ਬਗਾਵਤ ਨਾਲ ਜੁੜਦਾ ਹੈ। ਉਹ ਕਿਵੇਂ ਜੁੜਦਾ ਹੈ ਆਪਾਂ ਕਾਰਨ ਜਿਹੜੇ ਮੁਲਤਾਨ ਦੀ ਬਗਾਵਤ ਦੇ ਜੋ ਆਪਾਂ ਵਾਚ ਰਹੇ ਹਾਂ ਉਹਦੇ ਵਿੱਚ ਗਾਂ ਇਹਨਾਂ ਦਾ ਆਏਗਾ। ਫਿਰ ਉਸ ਤੋਂ ਬਾਅਦ ਕਿਵੇਂ ਮੁਲਤਾਨ ਦੀ ਜੰਗ ਹੁੰਦੀ ਹੈ ਆਪਾਂ ਵਾਚਣਾ ਹੈ। ਸੋ ਸਰਦਾਰ ਚਤਰ ਸਿੰਘ ਅਟਾਰੀ ਵਾਲੇ ਸਿੱਖਾਂ ਦੇ ਵਿੱਚ ਬੜੇ ਨਾਮਵਰ ਸਰਦਾਰ ਸਨ। ਇਹਨਾਂ ਦਾ ਇੱਕ ਪੁੱਤਰ ਸੀ ਰਾਜਾ ਸ਼ੇਰ ਸਿੰਘ। ਇਹ ਰੈਜੀਡੈਂਟ ਦੀ ਜਿਹੜੀ ਕੌਂਸਲ ਬਣਾਈ ਸੀ ਰੈਜੀਡੈਂਟ ਕਰੀ ਦੀ, ਉਸ ਕੌਂਸਲ ਦਾ ਇਹ ਜਿਹੜਾ ਸੀ ਖਾਲਸਾ ਫੌਜ ਦਾ ਜਰਨੈਲ ਸੀ ਤੇ ਮੈਂਬਰ ਸੀ ਉਸ ਕੌਂਸਲ ਦਾ, ਜੋ ਆਪਣੀ ਫੌਜ ਲੈ ਕੇ ਮੁਲਤਾਨ ਦੇ ਪਹਿਲੇ ਘੇਰੇ ਸਮੇਂ ਐਡਵਾਂਸ ਦੀ ਮਦਦ ਕਰ ਰਿਹਾ ਸੀ। ਐਡਵਾਂਸ ਦੇ ਨਾਲ ਸੀ ਇਹ ਮੁਲਤਾਨ ਦੇ ਘੇਰੇ ਦੇ ਵਿੱਚ। ਤੇ ਸਰਦਾਰ ਚਤਰ ਸਿੰਘ ਦਾ ਦੂਜਾ ਪੁੱਤਰ ਜਿਹਦਾ ਨਾਮ ਸੀ ਗੁਲਾਬ ਸਿੰਘ, ਉਹ ਲਾਹੌਰ ਰੈਜੀਡੈਂਟ ਦੇ ਕੋਲ ਹੀ ਰਹਿੰਦਾ ਸੀ। ਚਤਰ ਸਿੰਘ ਆਪ ਹਜ਼ਾਰੇ ਦੇ ਸੂਬੇ ਦਾ ਗਵਰਨਰ ਸੀ। ਹਜ਼ਾਰਾ ਜਿਹੜਾ ਸੀ ਇਲਾਕਾ ਇੱਕ ਪਾਕਿਸਤਾਨ ਦੇ ਵਿੱਚ ਹੈ, ਉੱਥੋਂ ਦਾ ਗਵਰਨਰ ਸੀ ਚਤਰ ਸਿੰਘ। ਤੇ ਇਹਦੇ ਦੋਵੇਂ ਮੁੰਡੇ ਸਨ, ਇੱਕ ਲਾਹੌਰ ਦੇ ਰੈਜੀਡੈਂਟ ਦੇ ਕੋਲ ਸੀ, ਇੱਕ ਮੁਲਤਾਨ ਦੀ ਬਗਾਵਤ ਨੂੰ ਦਬਾਉਣ ਵਾਸਤੇ ਐਡਵਰਡਸ ਦੇ ਨਾਲ ਗਿਆ ਹੋਇਆ ਸੀ। ਐਡਵਰਡ ਜਿਹੜਾ ਸਿੱਖਾਂ ਦੇ ਨਾਲ ਮੁਲਤਾਨ ਦੇ ਵਿੱਚ ਉਹਨਾਂ ਦੀ ਬਗਾਵਤ ਦਬਾਉਣ ਦੇ ਲਈ ਤਿਆਰ ਸੀ ਉੱਥੇ। ਸੋ ਚਤਰ ਸਿੰਘ ਆਪ ਹਜ਼ਾਰੇ ਦਾ ਸੂਬੇਦਾਰ ਸੀ, ਗਵਰਨਰ ਸੀ ਉੱਥੋਂ ਦਾ। ਹਰੀਪੁਰ ਰਹਿੰਦਾ ਹੁੰਦਾ ਸੀ ਇਹ। ਇਹਦੀ ਜਿਹੜੀ ਲੜਕੀ ਸੀ ਉਹ ਮਹਾਰਾਜਾ ਦਲੀਪ ਸਿੰਘ ਦੇ ਨਾਮ ਮੰਗੀ ਹੋਈ ਸੀ। ਤੇ ਹਜ਼ਾਰੇ ਦੀ ਲਗਭਗ ਸਾਰੀ ਵਸੋਂ ਉਸ ਸਮੇਂ ਮੁਸਲਮਾਨਾਂ ਦੀ ਸੀ। ਉਦੋਂ ਸਾਰੀ ਵਸੋਂ ਹਥਿਆਰਬੰਦ ਤੇ ਮਾਰਕੁਰੇ ਸੁਭਾਅ ਵਾਲੀ ਸੀ। ਮੁਸਲਮਾਨ ਉੱਥੋਂ ਦੇ ਸਦੀਆਂ ਤੋਂ ਆਪਣੇ ਆਪ ਨੂੰ ਖੁਦ ਮੁਖਤਿਆਰ ਕਹਿੰਦੇ ਰਹੇ ਸੀ ਉੱਥੋਂ ਦਾ। ਤੇ ਸ਼ੇਰੇ ਪੰਜਾਬ ਦੇ ਸਮੇਂ ਵੀ ਉਹਨਾਂ ਤੋਂ ਮਾਮਲਾ ਫੌਜੀ ਮਦਦ ਨਾਲ ਹੀ ਕਰਾਇਆ ਜਾ ਰਿਹਾ ਸੀ। ਤੇ ਉਹ ਸਿੱਖ ਰਾਜ ਦੇ ਦਿਲੋਂ ਵਿਰੋਧੀ ਸਨ। ਬੜਾ ਉਹਨਾਂ ਨੂੰ ਸਿੱਖ ਰਾਜ ਦੇ ਉੱਤੇ ਬੜਾ ਇਹ ਬਹੁਤ ਉਹਨਾਂ ਨੂੰ ਘਿਰਨਾ ਸੀ, ਇਸ ਕਰਕੇ ਦਿਲੋਂ ਵਿਰੋਧੀ ਸਨ ਉਹ ਸਿੱਖ ਰਾਜ ਦੇ। ਤੇ ਸਮਾਂ ਮਿਲ ਤੇ ਇਸ ਤੋਂ ਛੁਟਕਾਰਾ ਪਾਉਣਾ ਚਾਹੁੰਦੇ ਸੀ ਕਿ ਕਦੋਂ ਸਿੱਖ ਰਾਜ ਆਵੇ ਤੇ ਕਦੋਂ ਸਾਡਾ ਰਾਜ ਆਏ। ਇਹੋ ਜਿਹੀ ਵਸੋਂ ਵਿੱਚ ਸ਼ਾਂਤੀ ਕਾਇਮ ਰੱਖਣ ਦੇ ਬਦਲੇ ਸਰਦਾਰ ਚਤਰ ਸਿੰਘ ਨੂੰ ਖਾਲਸਾ ਫੌਜ ਦੇ ਸਣੇ ਇੱਥੋਂ ਦਾ ਗਵਰਨਰ ਬਣਾ ਕੇ ਭੇਜਿਆ ਸੀ। ਇੱਥੇ ਇਹਨੂੰ ਗਵਰਨਰ ਰਿਹਾ ਇਹ ਜਿਹੜਾ ਚਤਰ ਸਿੰਘ ਸੀ। ਇੱਧਰ ਮਹਾਰਾਣੀ ਦਾ ਜਦੋਂ ਦੇਸ਼ ਨਿਕਾਲਾ ਹੋਇਆ ਤੇ ਉਹਦਾ ਅਸਰ ਹਰ ਸਿਪਾਹੀ ਦੇ ਦਿਲ ਤੇ ਬੜਾ ਹੋ ਗਿਆ ਕਿ ਸਾਡੀ ਮਹਾਰਾਣੀ ਨੂੰ ਜਿਹੜਾ ਇੰਨਾ ਉਹਨਾਂ ਨੇ ਤੰਗ ਕੀਤਾ, ਇੰਨਾ ਪਰੇਸ਼ਾਨ ਕੀਤਾ ਹੈ ਦੇਸ਼ ਨਿਕਾਲੇ ਦਾ ਕਰਕੇ। ਤੇ ਹਜ਼ਾਰੇ ਦੀਆਂ ਫੌਜਾਂ ਦੇ ਵਿੱਚ ਵੀ ਗੜਬੜ ਹੋਣ ਦਾ ਡਰ ਸੀ ਜਿਹੜੀਆਂ ਇਹਦੇ ਨਾਲ ਸੀ ਚਤਰ ਸਿੰਘ ਦੇ। ਪਰ ਸਰਦਾਰ ਚਤਰ ਸਿੰਘ ਬੜੇ ਧੰਮੇ ਦੇ ਨਾਲ ਉਹਨਾਂ ਨੂੰ ਕਾਬੂ ਵਿੱਚ ਰੱਖਿਆ ਨੇ ਤੇ ਮੁਲਤਾਨ ਦੀ ਬਗਾਵਤ ਨੂੰ ਨਾ ਦਬਾਉਣ ਤੇ ਮਹਾਰਾਣੀ ਦਾ ਦੇਸ਼ ਨਿਕਾਲਾ ਹਰ ਇੱਕ ਸਿੱਖ ਦੇ ਦਿਲ ਵਿੱਚ ਅੰਗਰੇਜ਼ਾਂ ਦੀ ਨੀਅਤ ਉੱਤੇ ਸ਼ੱਕ ਪੈਦਾ ਕਰਦੀ ਸੀ। ਹਰ ਸਿੱਖ ਦਿਲੋਂ ਜਿਹੜਾ ਸੀ ਉਹ ਸ਼ੱਕ ਸੀ ਕਿ ਅੰਗਰੇਜ਼ ਪਤਾ ਨਹੀਂ ਏਦਾਂ ਕਿਉਂ ਕਰਦੇ ਪਏ। ਸ਼ੱਕ ਨੂੰ ਦੂਰ ਕਰਨ ਦੇ ਬਦਲੇ ਸਰਦਾਰ ਚਤਰ ਸਿੰਘ ਨੇ ਰਾਜਾ ਸ਼ੇਰ ਸਿੰਘ ਨੂੰ ਲਿਖਿਆ ਕਿ ਮਹਾਰਾਜਾ ਦਲੀਪ ਸਿੰਘ ਦੇ ਵਿਆਹ ਦੇ ਬਾਰੇ ਪੁੱਛੇ, ਅੰਗਰੇਜ਼ਾਂ ਨਾਲ ਗੱਲਬਾਤ ਕਰੇ। ਸੋ ਰਾਜਾ ਸ਼ੇਰ ਸਿੰਘ ਦਾ ਜਿਹੜਾ ਪੁੱਤਰ ਸੀ ਵੱਡਾ, ਉਹਨੇ ਐਡਵਾਂਸ ਨੂੰ ਮਿਲ ਕੇ ਰੈਜੀਡੈਂਟ ਨੂੰ ਚਿੱਠੀ ਲਿਖਵਾਈ
एडवर्ड नूं मिल के इन्हें एक चिट्ठी लिखवाई आ। 28 जुलाई 1848 ईस्वी नूं एडवर्ड जिहड़ा है साध संगत ਉਹਨੇ ਰੈਜੀਡੈਂਟ ਨੂੰ ਚਿੱਠੀ ਲਿਖੀ ਤੇ ਉਹਦਾ ਭਾਵ ਸੀ ਕਿ ਕੱਲ ਸ਼ਾਮ ਨੂੰ ਰਾਜਾ ਸ਼ੇਰ ਸਿੰਘ ਅਟਾਰੀ ਵਾਲੇ ਮੇਰੇ ਤੰਬੂ ਵਿੱਚ ਮੈਨੂੰ ਮਿਲੇ ਤੇ ਆਪਣੇ ਪਿਤਾ ਸਰਦਾਰ ਚਤਰ ਸਿੰਘ ਦੀ ਇੱਛਾ ਇਉਂ ਪ੍ਰਗਟ ਕੀਤੀ। ਉਹ ਚਿੱਠੀ ਦੇ ਬੋਲ ਸਨ ਕਿ ਜੇ ਆਪ ਦੀ ਸਲਾਹ ਮਹਾਰਾਜੇ ਦਾ ਵਿਆਹ ਵਰੇ ਦੇ ਅੰਦਰ ਅੰਦਰ 1 ਸਾਲ ਦੇ ਅੰਦਰ ਅੰਦਰ ਕਰਨ ਦੀ ਇਜਾਜ਼ਤ ਨਾ ਹੋਵੇ ਤਾਂ ਸਰਦਾਰ ਚਤਰ ਸਿੰਘ ਦੀ ਇੱਛਾ ਕਿ ਉਸ ਨੂੰ ਹਜ਼ਾਰੇ ਦੀ ਨਿਜਾਮਤ ਤੋਂ ਛੁੱਟੀ ਦਿੱਤੀ ਜਾਵੇ ਕਿ ਜੇ ਤੁਸੀਂ ਵਿਆਹ ਨਹੀਂ ਕਰ ਸਕਦੇ ਮਹਾਰਾਜੇ ਦਲੀਪ ਸਿੰਘ ਦਾ ਇੱਕ ਸਾਲ ਦੇ ਵਿੱਚ ਸਾਡੀ ਲੜਕੀ ਨਾਲ ਤੇ ਮੈਂ ਜਿਹੜਾ ਆ ਹਜ਼ਾਰੇ ਦੀ ਜਿਹੜੀ ਹੈ ਨਿਜਾਮਤ ਤੋਂ ਛੱਡਦਾ ਵਾਂ ਭਾਵ ਮੈਂ ਉੱਥੋਂ ਦਾ ਹਾਕਮ ਨਹੀਂ ਰਹਿਣਾ ਚਾਹੁੰਦਾ ਕਿਉਂਕਿ ਉਹ 2 ਵਰਿਆਂ ਵਾਸਤੇ ਤੀਰਥ ਯਾਤਰਾ ਕਰਨੀ ਚਾਹੁੰਦਾ ਹੈ। ਉਹ ਕਹਿੰਦਾ ਕਿ ਮੈਂ 2 ਵਰਿਆਂ ਵਾਸਤੇ ਤੀਰਥ ਯਾਤਰਾ ਤੇ ਜਾਣਾ। ਚਤਰ ਸਿੰਘ ਕਹਿੰਦਾ ਤੇ ਜੇ ਵਿਆਹ ਇਸੇ ਸਾਲ ਹੋਣਾ ਹੋਵੇ ਤਾਂ ਆਪ ਦੀ ਪ੍ਰਵਾਨਗੀ ਨਾਲ ਦਰਬਾਰ ਵੱਲੋਂ ਮਹਾਰਾਜੇ ਦੀ ਧਿਰ ਦਾ ਜੋਤਸ਼ੀ ਨਿਸ਼ਚਿਤ ਕੀਤੇ ਜਾਣ ਜੋ ਕੰਨਿਆ ਦੀ ਧਿਰ ਦੇ ਜੋਤਸ਼ੀਆਂ ਨਾਲ ਸਲਾਹ ਕਰਕੇ ਵਿਆਹ ਦਾ ਸ਼ੁਭ ਦਿਨ ਪੱਕਾ ਕਰਨ। ਇਹ ਚਤਰ ਸਿੰਘ ਦੇ ਬੋਲ ਸਨ ਤੇ ਲਿਖੇ ਸਨ ਐਡਵਰਡ ਨੇ ਕਰੀ ਨੂੰ ਲਿਖੇ ਸੀ ਜਿਹੜਾ ਉਸ ਸਮੇਂ ਦਾ ਰੈਜੀਡੈਂਟ ਸੀ ਤੇ ਸ਼ੇਰ ਸਿੰਘ ਨੇ ਲਿਖਵਾਇਆ ਸੀ ਕਿ ਤੁਸੀਂ ਇਹ ਪੱਕਾ ਕਰੋ ਕਿ ਜੇ ਤੁਸੀਂ ਵਿਆਹ ਕਰਨਾ ਤੇ ਸਾਲ ਦੇ ਵਿੱਚ ਕਰ ਦਿਓ। ਰਾਜਾ ਸ਼ੇਰ ਸਿੰਘ ਦੀ ਮੁਲਾਕਾਤ ਦਾ ਭਾਵ ਹੈ ਮੈਂ ਉੱਪਰ ਲਿਖ ਦਿੱਤਾ ਹੈ। ਉਹ ਕਹਿੰਦਾ ਤੇ ਉਹਨੇ ਬੜਾ ਜ਼ੋਰ ਦਿੱਤਾ ਕਿ ਮੈਂ ਆਪ ਪਾਸੋਂ 10 ਦਿਨਾਂ ਦੇ ਵਿੱਚ ਉੱਤਰ ਮੰਗਵਾ ਦਿਆਂ। ਇਸ ਸਮੇਂ ਜਿਹੀ ਪ੍ਰਾਰਥਨਾ ਅਨੋਖੀ ਪ੍ਰਤੀਤ ਹੁੰਦੀ ਹੈ ਪਰ ਆਦਮੀਆਂ ਦੇ ਗੁਪਤ ਭਾਵਾਂ ਨੂੰ ਸਮਝਣਾ ਬੜਾ ਔਖਾ ਹੈ। ਕੁਝ ਖੋਟੇ ਆਦਮੀਆਂ ਨੇ ਇਹ ਗੱਲ ਉਡਾ ਦਿੱਤੀ ਹੈ ਕਿ ਅੰਗਰੇਜ਼ਾਂ ਦੀ ਨੀਅਤ ਫੌਜ ਦੇ ਬਗਾਵਤ ਦੇ ਬਦਲੇ ਪੰਜਾਬ ਤੇ ਕਬਜ਼ਾ ਕਰ ਲੈਣ ਦੀ ਹੈ। ਮੇਰੀ ਰਾਏ ਹੈ ਕਿ ਮਹਾਰਾਜ ਦੇ ਵਿਆਹ ਦੀਆਂ ਤਿਆਰੀਆਂ ਆਰੰਭ ਕਰ ਦਿੱਤੀਆਂ ਜਾਣ। ਇਹ ਉਪਾਅ ਸਮੇਂ ਦੀ ਲੋੜ ਹੈ ਤੇ ਇਸ ਤੋਂ ਲੋਕਾਂ ਨੂੰ ਤਸੱਲੀ ਹੋ ਜਾਵੇਗੀ ਕਿ ਅੰਗਰੇਜ਼ਾਂ ਦੀ ਨੀਤ ਸਾਫ਼ ਹੈ। ਉਹਨਾਂ ਦੀ ਸਲਾਹ ਸੁਲਾਹ ਤੋੜਨ ਦੀ ਨਹੀਂ। ਇਸ ਤਰ੍ਹਾਂ ਲੋਕਾਂ ਦੇ ਦਿਲ ਵਿੱਚ ਸ਼ਾਂਤੀ ਵਰਤ ਜਾਏਗੀ। ਕਹਿੰਦਾ ਕਿ ਤੁਸੀਂ ਵਿਆਹ ਕਰ ਦਿਓ ਲੋਕ ਵੀ ਚੁੱਪ ਹੋ ਜਾਣਗੇ ਵੀ ਹਾਂ ਅੰਗਰੇਜ਼ ਜਿਹੜੇ ਸਾਡੇ ਵਿਰੋਧੀ ਨਹੀਂ ਹੈ। ਇਹ ਸਾਫ਼ ਸਿੱਧੀ ਬੇਨਤੀ ਦਾ ਉੱਤਰ ਰੈਜੀਡੈਂਟ ਨੇ ਅੱਗੋਂ ਕੀ ਲਿਖ ਕੇ ਭੇਜਿਆ। ਉਹ ਲਿਖ ਕੇ ਭੇਜਦਾ ਰੈਜੀਡੈਂਟ ਕਰੀ ਕਹਿੰਦਾ ਕਿ ਮੰਗਣੀ ਦੀਆਂ ਸਾਰੀਆਂ ਰਸਮਾਂ ਪੂਰੀਆਂ ਹੋ ਚੁੱਕੀਆਂ ਹਨ। ਰਿਵਾਜ ਅਨੁਸਾਰ ਵਿਆਹ ਦਾ ਦਿਨ ਪੱਕਾ ਕਰਨਾ ਲੜਕੀ ਵਾਲਿਆਂ ਤੇ ਨਿਰਭਰ ਕਰਦਾ ਹੈ ਪਰ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਮਹਾਰਾਜੇ ਦੀ ਹਾਲਤ ਵਿੱਚ ਰੈਜੀਡੈਂਟ ਦੀ ਇੱਛਾ ਤੇ ਆਗਿਆ ਬਿਨਾਂ ਕੁਝ ਨਹੀਂ ਹੋ ਸਕਦਾ। ਉਹ ਵਿਆਹ ਦਾ ਦਿਨ ਪੱਕਾ ਕਰਨ ਬਦਲੇ ਦਰਬਾਰ ਦੇ ਮੈਂਬਰਾਂ ਜੋ ਇਸ ਵੇਲੇ ਲਾਹੌਰ 'ਚ ਹਨ ਨਾਲ ਗੁਪਤ ਤੌਰ ਤੇ ਸਲਾਹ ਕਰੇਗਾ। ਰਾਜਾ ਸ਼ੇਰ ਸਿੰਘ ਨੂੰ ਭਰੋਸਾ ਦਿਵਾਇਆ ਜਾਵੇ ਕਿ ਸਰਕਾਰ ਅੰਗਰੇਜ਼ੀ ਸਿਰਫ ਉਸ ਕੰਮ ਵਿੱਚ ਦਖਲ ਦੇਵੇਗੀ ਜਿਸ ਨਾਲ ਉਹ ਮਹਾਰਾਜੇ ਦੇ ਲੜਕੀ ਦੇ ਘਰਾਣੇ ਦੀ ਇੱਜ਼ਤ ਤੇ ਖੁਸ਼ੀ ਵਿੱਚ ਵਾਧਾ ਕਰ ਸਕਣ। ਤੇ ਮੈਨੂੰ ਪਤਾ ਨਹੀਂ ਲੱਗਦਾ ਕਿ ਮਹਾਰਾਜੇ ਦੀ ਵਿਆਹ ਦੀਆਂ ਰਸਮਾਂ ਰੀਤਾਂ ਆਰੰਭ ਕਰਨ ਦੇਣ ਤੋਂ ਕਿਵੇਂ ਪਤਾ ਲੱਗ ਸਕਦਾ ਕਿ ਪੰਜਾਬ ਦੇ ਪ੍ਰਬੰਧ ਬਾਬਤ ਹੁਣ ਜਾਂ ਆਉਣ ਵਾਲੇ ਸਮੇਂ ਦੇ ਵਿੱਚ ਅੰਗਰੇਜ਼ਾਂ ਦੀ ਨੀਤੀ ਕੀ ਹੋਵੇਗੀ। ਕਹਿੰਦਾ ਮੈਨੂੰ ਨਹੀਂ ਇਸ ਗੱਲ ਦਾ ਪਤਾ ਲੱਗਣਾ। ਜਿਸ ਸਮੇਂ ਤੇ ਜਿਸ ਤਰ੍ਹਾਂ ਵਿਆਹ ਹੋਣ ਦੇ ਦੋਵੇਂ ਧਿਰਾਂ ਤੇ ਦਰਬਾਰ ਰਾਜੀ ਹੋਣ ਮੈਨੂੰ ਕੋਈ ਇਨਕਾਰ ਨਹੀਂ ਹੋਵੇਗਾ। ਇਹ ਗੱਲ ਰੈਜੀਡੈਂਟ ਨੇ ਲਿਖ ਕੇ ਭੇਜੀ ਕਿ ਉਹ ਜਦੋਂ ਮਰਜ਼ੀ ਵਿਆਹ ਕਰ ਸਕਦੇ ਆ। ਇਹ ਹੁਣ ਵਿੰਗਾ ਟੇਢਾ ਜਿਹਾ ਉੱਤਰ ਸੀ ਨਾਲੇ ਤੇ ਇਹਦੇ ਵਿੱਚ ਲਿਖਿਆ ਗਿਆ ਕਿ ਵਿਆਹ ਕਰ ਸਕਦੇ ਮੈਨੂੰ ਕੋਈ ਇਨਕਾਰ ਨਹੀਂ। ਨਾਲ ਹੀ ਇਹਦੇ ਵਿੱਚ ਲਿਖਿਆ ਗਿਆ ਕਿ ਸਾਡੇ ਤੋਂ ਪੁੱਛੇ ਬਿਨਾਂ ਕੋਈ ਕੰਮ ਵੀ ਨਹੀਂ ਕਰਨਾ। ਤੇ ਇਹ ਵਿੰਗਾ ਟੇਢਾ ਜਿਹਾ ਉੱਤਰ ਸੁਣ ਕੇ ਰਾਜਾ ਸ਼ੇਰ ਸਿੰਘ ਜਿਹੜਾ ਸੀ ਉਹਨੇ ਆਪਣੇ ਪਿਓ ਚਤਰ ਸਿੰਘ ਇਹਨਾਂ ਦੋਹਾਂ ਦੇ ਦਿਲ ਜਿਹੜੇ ਢਹਿ ਗਏ ਇੱਕਦਮ ਕਿ ਇਹਨਾਂ ਨੇ ਅੰਗਰੇਜ਼ਾਂ ਨੇ ਸਾਡੇ ਨਾਲ ਮਾੜੀ ਕੀਤੀ ਆ। ਤੇ ਐਡਵਰਡ ਆਪ ਮੰਨਦਾ ਕਿ ਬਦਕਿਸਮਤੀ ਨਾਲ ਮੇਰੀ ਬੇਨਤੀ ਦਾ ਪੂਰਾ ਮਤਲਬ ਪ੍ਰਗਟ ਨਹੀਂ ਹੋਇਆ। ਕਹਿੰਦਾ ਜੋ ਮੈਂ ਚਾਹੁੰਦਾ ਸੀ ਉਹ ਪ੍ਰਗਟ ਨਹੀਂ ਕਰਕੇ ਭੇਜਿਆ। ਫਿਰ ਉਸ ਤੋਂ ਬਾਅਦ ਤਸੱਲੀ ਨਹੀਂ ਸੀ ਹੋਈ ਇਹਨਾਂ ਦੀ। ਇੱਥੇ ਹੀ ਬਸ ਨਹੀਂ ਫਿਰ ਅੰਗਰੇਜ਼ੀ ਸਰਕਾਰ ਦੇ ਕਰਮਚਾਰੀਆਂ ਵੱਲੋਂ ਸਰਦਾਰ ਚਤਰ ਸਿੰਘ ਨੂੰ ਬਾਗੀ ਹੋਣ ਵਾਸਤੇ ਮਜਬੂਰ ਕਰ ਦਿੱਤਾ ਗਿਆ। ਉਹ ਕਿਵੇਂ ਕਿ ਰੈਜੀਡੈਂਟ ਕਰੀ ਨੇ ਆਪਣੇ ਇੱਕ ਅਫਸਰ ਕਪਤਾਨ ਐਬਟ ਨੂੰ ਚਤਰ ਸਿੰਘ ਦੀ ਸਹਾਇਤਾ ਦੇ ਵਾਸਤੇ ਹਜ਼ਾਰੇ ਭੇਜਿਆ ਸੀ। ਐਬਟ ਬੜਾ ਸ਼ੱਕੀ ਤੇ ਜਿੱਦੀ ਸੁਭਾਅ ਦਾ ਸੀ। ਉਹਨੂੰ ਹਰ ਕੰਮ ਦੇ ਵਿੱਚ ਕੋਈ ਉਲਟੀ ਜਿਹੜੀ ਗੋਂਦ ਉਹ ਨਜ਼ਰ ਆਉਂਦੀ ਸੀ। ਚਰਨਜੀਤ ਰਸਾਲੇ ਦੇ ਕੁਝ ਸਿਪਾਹੀ ਬਾਗੀ ਹੋ ਗਏ। ਚਰਨਜੀਤ ਉਸ ਸਮੇਂ ਦਾ ਇੱਕ ਫੌਜਦਾਰ ਸੀ। ਉਹਦੇ ਨਾਲ ਦੇ ਜਿਹੜੇ ਸਿਪਾਹੀ ਉਹ ਬਾਗੀ ਹੋ ਗਏ ਸਨ। ਤੇ ਐਬਟ ਨੇ ਰਸਾਲੇ ਦੇ ਵੱਡੇ ਅਫਸਰ ਸਰਦਾਰ ਝੰਡਾ ਸਿੰਘ ਦੇ ਸ਼ੱਕ ਕੀਤਾ ਕਿ ਉਹ ਵੀ ਵਿੱਚੋਂ ਬਾਗੀਆਂ ਦੇ ਨਾਲ ਮਿਲਿਆ ਹੋਇਆ। ਪਰ ਰੈਜੀਡੈਂਟ ਨੇ ਸਰਦਾਰ ਝੰਡਾ ਸਿੰਘ ਨੂੰ ਨਿਰਦੋਸ਼ ਦੱਸਿਆ ਤੇ ਕਿਹਾ ਕਿ ਮੇਰੀ ਆਗਿਆ ਦਾ ਪੂਰਾ ਪਾਲਣ ਕਰਦਾ ਹੈ। ਰੈਜੀਡੈਂਟ ਐਬਟ ਦੇ ਸੁਭਾਅ ਬਾਰੇ ਗਵਰਨਰ ਜਨਰਲ ਨੂੰ ਲਿਖਦਾ ਕਿ ਸ੍ਰੀ ਹਜ਼ੂਰ ਨੇ ਵੇਖ ਲਿਆ ਹੋਵੇਗਾ ਕਿ ਕਪਤਾਨ ਐਬਟ ਦਾ ਸੁਭਾਅ ਅਜਿਹਾ ਹੈ ਕਿ ਉਹਨੂੰ ਸ਼ਰਿਅੰਤਰ ਮਨਸੂਬੇ ਦੇ ਵਿਦਰੋਹ ਦੀ ਕੋਈ ਖਬਰ ਕਿਉਂ ਨਹੀਂ ਦਿੱਤੀ ਜਾਵੇ ਉਹ ਝੱਟ ਸੱਚੀ ਮੰਨ ਲੈਂਦਾ ਹੈ। ਹਰ ਕਿਸੇ ਉੱਤੇ ਭਾਵੇਂ ਕੋਈ ਵੀ ਨੇੜੇ ਹੋਵੇ ਭਾਵੇਂ ਦੂਰ ਭਾਵੇਂ ਉਹਦਾ ਨੌਕਰੀ ਹੋਵੇ ਉਹਨੂੰ ਸ਼ੱਕ ਹੋ ਜਾਂਦਾ ਹੈ।
जिस नतीजे ते आप पहुंचे उस ते नीचा रखता है, ये वेख के कि ਉਹਦਾ ਕੀਤਾ फैसला ठीक नहीं है, वो अपनी जिद ते पक्का रहिंदा। जिद्दी सुभाਅ ਦਾ ਸੀ ਐਬਟ ਜਿਹੜਾ ਸੀ। ਇਸ ਸੁਭਾਅ ਦੇ ਬੰਦੇ ਨੂੰ ਸਰਦਾਰ ਚਤਰ ਸਿੰਘ ਦੀ ਸਹਾਇਤਾ ਵਾਸਤੇ ਭੇਜਿਆ ਗਿਆ ਸੀ ਤੇ ਜੋ ਉਹਨੇ ਸਹਾਇਤਾ ਕੀਤੀ ਆਪ ਇਸ ਤਰ੍ਹਾਂ ਸੀ ਉਹਦੀ ਸਹਾਇਤਾ ਕੀਤੀ ਹੋਈ। ਪੁਕਲੀ 'ਚ ਕੁਝ ਫੌਜ ਰਹਿੰਦੀ ਸੀ, ਪੁਕਲੀ ਕੋਈ ਪਿੰਡ ਸੀ, ਉੱਥੇ ਫੌਜ ਰਹਿੰਦੀ ਸੀ ਤੇ ਉਹਦੇ ਕੁਝ ਸਿਪਾਹੀਆਂ ਨੇ ਬਗਾਵਤ ਕਰ ਦਿੱਤੀ। ਸਰਦਾਰ ਚਤਰ ਸਿੰਘ ਦੇ ਹੁਕਮ ਦੇ ਨਾਲ ਫੌਜ ਦੇ ਅਫਸਰ ਉਸ ਬਗਾਵਤ ਨੂੰ ਦਬਾ ਰਹੇ ਸਨ, ਪਰ ਐਬਟ ਨੂੰ ਇਸ ਵਿੱਚ ਵੀ ਸਰਦਾਰ ਚਤਰ ਸਿੰਘ ਦੀ ਸਾਜ਼ਿਸ਼ ਸੁਝੀ। ਉਹ ਕਹਿਣ ਲੱਗ ਪਿਆ ਕਿ ਸਰਦਾਰ ਚਤਰ ਸਿੰਘ ਅੰਗਰੇਜ਼ਾਂ ਨੂੰ ਪੰਜਾਬ ਵਿੱਚੋਂ ਕੱਢ ਦੇਣ ਦੇ ਮਨਸੂਬੇ ਬਣਾ ਰਿਹਾ ਹੈ। ਐਬਟ ਹਰੀਪੁਰ ਭਾਵ ਹਜ਼ਾਰੇ ਦੀ ਰਾਜਧਾਨੀ ਸੀ, ਉੱਥੋਂ 36 ਮੀਲ ਦੂਰ ਸਰੀਵਾਂ ਵਿੱਚ ਜਾ ਰਿਹਾ ਸੀ। ਸਰਦਾਰ ਚਤਰ ਸਿੰਘ ਨੇ ਉਹਦੇ ਪਾਸ ਆਪਣਾ ਵਕੀਲ ਭੇਜਿਆ, ਪਰ ਉਹਨੇ ਅੱਗੇ ਉੱਤਰ ਦਿੱਤਾ ਕਿ ਮੈਂ ਤੇਰੇ ਮਾਲਕ ਦਾ ਇਤਬਾਰ ਨਹੀਂ ਕਰਦਾ। ਤੇ ਅੱਗੇ ਚਤਰ ਸਿੰਘ ਨੇ ਇਹ ਵੀ ਕਿਹਾ ਕਿ ਜੇ ਕਹੋ ਤਾਂ ਮੈਂ ਆਪ ਜਾਂ ਮੇਰਾ ਪੁੱਤਰ ਅਤਰ ਸਿੰਘ ਤੁਹਾਡੇ ਪਾਸ ਰਹੀਏ। ਪਰ ਐਬਟ ਨੇ ਅੱਗੇ ਇੱਕ ਨਹੀਂ ਮੰਨੀ, ਸਗੋਂ ਇਲਾਕੇ ਦੇ ਮੁਸਲਮਾਨਾਂ ਨੂੰ ਭੜਕਾ ਕੇ ਹਰੀਪੁਰ ਦੇ ਵਿੱਚ ਚਤਰ ਸਿੰਘ ਦੇ ਘਰ ਉੱਤੇ ਹਮਲਾ ਕਰਾ ਦਿੱਤਾ। ਹੁਣ ਉੱਥੋਂ ਦੇ ਹਜ਼ਾਰੇ ਦੇ ਜਿੰਨੇ ਮੁਸਲਮਾਨ ਸੀ ਉਹ ਸਿੱਖਾਂ ਦੇ ਵਿਰੁੱਧ ਸਨ, ਇਸ ਕਰਕੇ ਚਤਰ ਸਿੰਘ ਦੇ ਉੱਤੇ ਇਹਨੇ ਹਮਲਾ ਕਰਾਤਾ ਉਹਦੇ ਘਰ ਤੇ। 8 ਅਗਸਤ 1848 ਈਸਵੀ ਨੂੰ ਐਬਟ ਦੇ ਇਸ਼ਾਰੇ ਦੇ ਉੱਤੇ ਮੁਸਲਮਾਨਾਂ ਦੇ ਦਲਾਂ ਦੇ ਦਲ ਹਰੀਪੁਰ ਖਾਨ ਪੁੱਜੇ ਤੇ ਸਰਦਾਰ ਚਤਰ ਸਿੰਘ ਦੇ ਘਰ ਨੂੰ ਘੇਰਾ ਪਾ ਲਿਆ। ਫੌਜਾਂ ਖਾਲਸਾ ਫੌਜ ਪੁਕਲੀ ਵਿੱਚ ਸੀ ਤੇ ਉੱਥੋਂ ਹਰੀਪੁਰੇ ਪੁੱਜਣ ਵਿੱਚ ਭਾਰੀ ਔਕੜ ਇਹ ਸੀ ਕਿ ਐਬਟ ਮੁਸਲਮਾਨੀ ਫੌਜ ਲੈ ਕੇ ਰਾਹ ਰੋਕੀ ਬੈਠਾ ਸੀ। ਸੋ ਜਿਹੜੀ ਥੋੜੀ ਜਿਹੀ ਫੌਜ ਸ਼ਹਿਰ ਦੀ ਰਾਖੀ ਵਾਸਤੇ ਹਰੀਪੁਰ ਸੀ, ਚਤਰ ਸਿੰਘ ਨੇ ਉਸ ਨੂੰ ਚੜੇ ਆ ਰਹੇ ਮੁਸਲਮਾਨਾਂ ਨੂੰ ਰੋਕਣ ਵਾਸਤੇ ਹੁਕਮ ਦੇ ਦਿੱਤਾ। ਇੱਕ ਅਮਰੀਕਨ ਕਨੋਰਾ ਤੋਪਖਾਨੇ ਦਾ ਉਸ ਸਮੇਂ ਅਫਸਰ ਸੀ ਉੱਥੇ, ਤੇ ਸਰਦਾਰ ਚਤਰ ਸਿੰਘ ਨੇ ਉਹਨੂੰ ਫੌਜ ਦਾ ਸਾਥ ਦੇਣ ਵਾਸਤੇ ਕਿਹਾ ਤੇ ਉਹਨੇ ਅੱਗੇ ਜਵਾਬ ਦੇ ਦਿੱਤਾ ਕਿ ਕਪਤਾਨ ਐਬਟ ਦੇ ਹੁਕਮ ਤੋਂ ਬਿਨਾਂ ਮੈਂ ਤੋਪਖਾਨਾ ਲੈ ਕੇ ਜਾਣ ਲਈ ਤਿਆਰ ਨਹੀਂ ਹਾਂ। ਉਹਨੇ ਕਹਿਤਾ ਮੈਂ ਤੋਪਖਾਨਾ ਜਿਹੜਾ ਨਹੀਂ ਲੈ ਕੇ ਜਾਵਾਂਗਾ ਉਹਦੇ ਹੁਕਮ ਤੋਂ ਬਿਨਾਂ, ਐਬਟ ਦੇ ਹੁਕਮ ਤੋਂ ਬਿਨਾਂ। ਤੇ ਫਿਰ ਸਰਦਾਰ ਨੇ ਬਥੇਰਾ ਸਮਝਾਇਆ ਕਿ ਇਸ ਤਰ੍ਹਾਂ ਸਾਡਾ ਜਿਹੜਾ ਸਰਬੰਸ ਨਾਸ ਹੋ ਜਾਵੇਗਾ, ਬੁਰਾ ਹਾਲ ਹੋ ਜਾਏਗਾ, ਮੇਰਾ ਪਰਿਵਾਰ ਘੇਰਿਆ ਗਿਆ। ਪਰ ਕਨੋਰਾ ਜਿਹੜਾ ਸੀ ਤੋਪਖਾਨੇ ਦਾ ਮਾਲਕ, ਉਹਨੇ ਇੱਕ ਨਹੀਂ ਮੰਨੀ, ਸਗੋਂ ਤੋਪਾਂ ਦੇ ਵਿੱਚ ਖਲੋ ਗਿਆ, ਕਹਿਣ ਲੱਗਾ ਜਿਹੜਾ ਅੱਗੇ ਵਧੇਗਾ ਪਹਿਲਾਂ ਉਸੇ ਨੂੰ ਉਡਾ ਦਿਆਂਗਾ। ਸਰਦਾਰ ਚਤਰ ਸਿੰਘ ਨੇ ਤੋਪ ਲਿਆਉਣ ਦੇ ਬਦਲੇ ਆਪਣੀ ਫੌਜ ਭੇਜੀ। ਇਹ ਵੇਖ ਕੇ ਕਨੋਰਾ ਗੁੱਸੇ ਨਾਲ ਭੜਕ ਉੱਠਿਆ। ਉਸਨੇ ਇੱਕ ਸਿੱਖ ਹੌਲਦਾਰ ਨੂੰ ਚਤਰ ਸਿੰਘ ਦੀ ਫੌਜ ਉੱਤੇ ਤੋਪ ਚਲਾਉਣ ਵਾਸਤੇ ਕਿਹਾ। ਹੌਲਦਾਰ ਨਾ ਮੰਨਿਆ ਤੇ ਕਨੋਰਾ ਨੇ ਆਪਣੀ ਤਲਵਾਰ ਨਾਲ ਉਹਨੂੰ ਕਤਲ ਕਰ ਦਿੱਤਾ ਤੇ ਆਪ ਤੋਪ ਚਲਾਉਣ ਲੱਗਾ। ਤੋਪਾਂ ਦਾ ਨਿਸ਼ਾਨਾ ਖਾਲੀ ਗਿਆ ਤੇ ਇੰਨੇ ਨੂੰ ਫੌਜ ਵੀ ਕੋਲ ਅੱਪੜ ਗਏ। ਕਨੋਰਾ ਨੇ ਪਿਸਤੌਲ ਨਾਲ ਉਹਨਾਂ ਤੇ ਹਮਲਾ ਕੀਤਾ ਤੇ 2 ਸਿਪਾਹੀ ਮਾਰ ਦਿੱਤੇ। ਇਸੇ ਸਮੇਂ ਫੌਜ ਦੇ ਵਿੱਚ ਇੱਕ ਸਿਪਾਹੀ ਨੇ ਅੱਗੇ ਵੱਧ ਕੇ ਕਨੋਰਾ ਨੂੰ ਤਲਵਾਰ ਨਾਲ ਕਤਲ ਕਰ ਦਿੱਤਾ ਤੇ ਸਰਦਾਰ ਚਤਰ ਸਿੰਘ ਨੇ ਉਸ ਸਿਪਾਹੀ ਨੂੰ ਨਾਮ ਦਿੱਤਾ ਤੇ ਫੌਜ ਨੂੰ ਸ਼ਹਿਰ ਦੀ ਰਾਖੀ ਵਾਸਤੇ ਭੇਜਿਆ। ਹੁਣ ਕਨੋਰੇ ਦੇ ਕਤਲ ਦੀ ਖਬਰ ਐਬਟ ਨੂੰ ਜਦੋਂ ਸੁਣੀ ਆ, ਪਤਾ ਲੱਗੀ ਹੈ, ਤੇ ਉਹਨੂੰ ਅੱਗ ਲੱਗ ਉੱਠੀ ਤੇ ਉਹਨੇ ਫਿਰ ਉਸੇ ਵੇਲੇ ਰੈਜੀਡੈਂਟ ਨੂੰ ਲਿਖਿਆ ਕਿ ਚਤਰ ਸਿੰਘ ਨੇ ਪਿਸ਼ੌਰਾ ਸਿੰਘ ਦੇ ਵਾਂਗ ਕਨੋਰਾ ਨੂੰ ਬੜੀ ਬੇਰਹਿਮੀ ਦੇ ਨਾਲ ਕਤਲ ਕਰ ਦਿੱਤਾ। ਉਸਨੇ ਕਨੋਰਾ ਨੂੰ ਕਤਲ ਕਰਨ ਬਾਰੇ ਪਹਿਲਾਂ ਹੀ ਪੱਕਾ ਇਰਾਦਾ ਕੀਤਾ ਹੋਇਆ ਸੀ। ਇਹ ਗੱਲ ਉਹਨੇ ਲਿਖ ਕੇ ਭੇਜੀ। ਸਰਦਾਰ ਚਤਰ ਸਿੰਘ ਨੇ ਵੀ ਇਹ ਸਾਰੀ ਘਟਨਾ ਰੈਜੀਡੈਂਟ ਨੂੰ ਲਿਖ ਲਈ। ਦੋਹਾਂ ਚਤਰ ਸਿੰਘ ਤੇ ਐਬਟ ਦੀਆਂ ਚਿੱਠੀਆਂ ਪੜ੍ਹ ਕੇ ਰੈਜੀਡੈਂਟ ਨੇ ਐਬਟ ਨੂੰ ਲਿਖਿਆ ਕਿ ਕਨੋਰਾ ਦੀ ਮੌਤ ਬਾਬਤ ਮੈਂ ਤੇਰੀ ਤੇ ਚਤਰ ਸਿੰਘ ਦੀ ਚਿੱਠੀ ਪੜ੍ਹੀ ਹੈ। ਕਨੋਰਾ ਹੁਕਮ ਨਾ ਮੰਨਣ ਦੇ ਕਾਰਨ ਮਾਰਿਆ ਗਿਆ ਹੈ। ਮੈਂ ਇਸ ਘਟਨਾ ਬਾਰੇ ਤੇਰੇ ਖਿਆਲ ਨਾਲ ਸਹਿਮਤ ਨਹੀਂ ਹਾਂ। ਸਰਦਾਰ ਚਤਰ ਸਿੰਘ ਸੂਬੇ ਦਾ ਦੀਵਾਨ ਤੇ ਗਵਰਨਰ ਹੈ। ਸਿੱਖ ਫੌਜ ਦੇ ਅਫਸਰਾਂ ਨੂੰ ਉਹਦਾ ਹੁਕਮ ਮੰਨਣਾ ਜ਼ਰੂਰੀ ਹੈ। ਉਹ ਹਰ ਹੁਕਮ ਦਾ ਜ਼ਿੰਮੇਵਾਰ ਹੈ। ਮੈਂ ਇਹੀ ਸਮਝਦਾ ਕਿ ਇਸ ਘਟਨਾ ਦਾ ਹਨੇਰਾ ਪਾਸਾ ਸਾਹਮਣੇ ਰੱਖ ਕੇ ਤੂੰ ਇਸ ਨੂੰ ਪਿਸ਼ੌਰਾ ਸਿੰਘ ਵਾਂਗ ਬੇਤਰਸੀ ਦਾ ਕਮੀਨਾ ਤੇ ਕਾਇਰਤਾ ਭਰਿਆ ਕਾਤਲ ਕਿਵੇਂ ਆਖ ਸਕਦਾ। ਸੋ ਉਸ ਤੋਂ ਬਾਅਦ ਅਸਲ ਦੇ ਵਿੱਚ ਕਨੋਰਾ ਨੂੰ ਕੀਤੇ ਦੀ ਠੀਕ ਸਜ਼ਾ ਮਿਲੀ ਸੀ। ਸਰਦਾਰ ਚਤਰ ਸਿੰਘ ਨੇ ਬਿਲਕੁਲ ਠੀਕ ਕੀਤਾ ਸੀ। ਕਨੋਰਾ ਨੇ ਆਪਣੇ ਮਾਲਕ ਦਾ ਹੁਕਮ ਨਹੀਂ ਸੀ ਮੰਨਿਆ, ਸਗੋਂ ਇੱਕ ਹਵਲਦਾਰ ਨੂੰ ਤੇ 2 ਸਿਪਾਹੀਆਂ ਨੂੰ ਕਤਲ ਕੀਤਾ ਸੀ। ਜਿਸ ਗੁਨਾਹ ਦੇ ਵਿੱਚ ਉਹ ਕਤਲ ਹੋ ਗਿਆ, ਉਹਨੂੰ ਮਾਰ ਦਿੱਤਾ ਗਿਆ ਸੀ। ਪਰ ਐਬਟ ਨੂੰ ਇਹ ਕੌਣ ਸਮਝਾਵੇ, ਉਹ ਕਨੋਰਾ ਦੇ ਕਤਲ ਨੂੰ ਦਾ ਬਦਲਾ ਲਏ ਬਿਨਾਂ ਨਹੀਂ ਸੀ ਛੱਡਣਾ ਚਾਹੁੰਦਾ। ਕਹਿੰਦਾ ਸੀ ਕਿ ਮੈਂ ਬਦਲਾ ਲੈਣਾ। ਪਰ ਜਿਹੜੇ 3 ਕਨੋਰਾ ਦੇ ਕਤਲ ਕੀਤੇ ਸਨ ਉਹ ਕਿਸੇ ਲੇਖੇ ਵਿੱਚ ਨਹੀਂ ਸਨ, ਕਿਉਂਕਿ ਉਹ ਪੰਜਾਬੀ ਸਨ। ਜਿਹੜੇ 3 ਉਹਨੇ ਮਾਰੇ ਉਹ ਕਿਸੇ ਲੇਖੇ 'ਚ ਨਹੀਂ, ਪਰ ਇੱਕ ਅੰਗਰੇਜ਼ ਮਰ ਗਿਆ ਤੇ ਇਹਨਾਂ ਨੂੰ ਭਾਦੀ ਬਣ ਗਈ ਕਿ ਹੁਣ ਅੰਗਰੇਜ਼ ਸਾਡਾ ਬੰਦਾ ਮਾਰ ਦਿੱਤਾ। ਇਨਸਾਫ ਨਾਲ ਸੋਚਿਆ ਜਾਵੇ ਤਾਂ ਇਸ ਸਾਰੇ ਪੁਆੜੇ ਦਾ ਜਿਹੜਾ ਕਾਰਨ ਸੀ ਉਹ ਐਬਟ ਆਪ ਸੀ।
ਉਹ ਮੁਸਲਮਾਨਾਂ ਨੂੰ ਭੜਕਾ ਕੇ ਹਰੀਪੁਰ ਤੇ ਹਮਲਾ ਨਾ ਕਰਾਉਂਦਾ ਤੇ ਘਟਨਾ ਨਹੀਂ ਸੀ ਹੋਣੀ। ਉਹਨੇ ਕੀ ਕੀਤਾ, ਇਹ ਉਹਦੇ ਹੱਥਾਂ ਦੀਆਂ ਲਿਖੀਆਂ ਚਿੱਠੀਆਂ ਤੋਂ ਸਾਫ਼ ਪਤਾ ਲੱਗਦਾ। ਲਿਖਦਾ ਹੈ ਕਿ ਮੈਂ ਹਜ਼ਾਰੇ ਦੇ ਨਵਾਬਾਂ ਨੂੰ ਇਕੱਠਾ ਕੀਤਾ ਤੇ ਉਹਨਾਂ ਨੂੰ ਸਮਝਾਇਆ ਕਿ ਕੀ ਕੁਛ ਹੋ ਗਿਆ ਹੈ। ਉਹਨਾਂ ਦੇ ਦਿਲ ਵਿੱਚ ਉਹਨਾਂ ਦੇ ਵੱਡੇ ਵਡੇਰਿਆਂ, ਪਿਓ ਦਾਦਿਆਂ, ਮਿੱਤਰਾਂ ਤੇ ਸੰਬੰਧੀਆਂ ਦੇ ਕਤਲਾਂ ਦੀ ਯਾਦ ਤਾਜ਼ਾ ਕਰਾ ਕੇ ਸਿੱਖਾਂ ਨੂੰ ਤਬਾਹ ਕਰਨ ਤੇ ਮੇਰੀ ਮਦਦ ਕਰਨ ਵਾਸਤੇ ਭੜਕਾ ਕੇ ਤਿਆਰ ਕੀਤਾ। ਇਸ ਬਾਰੇ ਮੈਂ ਸਾਰੇ ਇਲਾਕੇ ਵਿੱਚ ਪਰਵਾਨੇ ਜਾਰੀ ਕੀਤੇ ਤੇ ਤਗੜੀਆਂ ਥਾਵਾਂ ਤੋਂ ਕੂਚ ਕੀਤਾ। ਇਹਨੇ ਸਾਰਾ ਕੁਝ ਲਿਖਿਆ ਆਪਣੀਆਂ ਚਿੱਠੀਆਂ 'ਚ ਕਿ ਮੈਂ ਜਾਣ ਬੁੱਝ ਕੇ ਮੁਸਲਮਾਨਾਂ ਨੂੰ ਭੜਕਾਇਆ ਕਿ ਉਹ ਸਿੱਖਾਂ ਦੇ ਵਿਰੁੱਧ ਹੋ ਜਾਣ, ਹਜ਼ਾਰੇ ਦੇ ਜਿੰਨੇ ਮੁਸਲਮਾਨ ਸਨ। ਫਿਰ ਲਿਖਦਾ ਕਿ ਮੈਂ ਹਥਿਆਰਬੰਦ ਕਿਸਾਨਾਂ ਨੂੰ ਅੱਗੇ ਆਉਣ ਦਾ ਹੁਕਮ ਦਿੱਤਾ ਤੇ ਸਿੱਖ ਫੌਜ ਨੂੰ ਤਬਾਹ ਕਰਨ ਦਾ ਸਿਰ ਤੋਂ ਪੈਰਾਂ ਤੱਕ ਪੂਰਾ ਜ਼ੋਰ ਲਾਵਾਂਗਾ। ਜੇ ਪ੍ਰਤਾਪ ਸਿੰਘ ਮੇਰੇ ਦੁਆਰਾ ਆਏ ਹੋਏ ਹੁਕਮ ਤੇ ਵੀ ਵਾਪਸ ਨਾ ਮੁੜਿਆ ਤਾਂ ਮੈਂ ਉਹਦੀ ਫੌਜ ਤਬਾਹ ਕਰਨ ਵਾਸਤੇ ਮਰਗੂਲਾ ਦਰੇ ਵਿੱਚ ਆਪਣੀ ਫੌਜ ਬਿਠਾਈ ਹੋਈ ਹੈ। ਕਹਿੰਦਾ ਮੈਂ ਇਸ ਗੱਲ ਉੱਤੇ ਜ਼ੋਰ ਦਿੰਦਿਆਂ ਸਰਦਾਰਾਂ ਨੂੰ ਲਿਖਿਆ ਕਿ ਜੇ ਉਹ ਉਸ ਬਹਾਦਰ ਤੇ ਵਫਾਦਾਰ ਅਫਸਰ ਦੇ ਕਨੌਰਾਂ ਦੇ ਕਾਤਲਾਂ ਨੂੰ ਝੱਟਪੱਟ ਮੇਰੇ ਹਵਾਲੇ ਕਰ ਦੇਵੇ ਤੇ ਫੌਜ ਨੂੰ ਵਾਪਸ ਛਾਉਣੀਆਂ 'ਚ ਬੁਲਾ ਲਵੇ ਤਾਂ ਮੈਂ ਇਹਨਾਂ ਸ਼ਰਤਾਂ ਉੱਤੇ ਮੁਲਕ ਵਿੱਚ ਸਾਰੀ ਗੜਬੜੀ ਮਿਟਾਉਣ ਦਾ ਇਕਰਾਰ ਕਰਦਾ ਹਾਂ। ਹੁਣ ਜੋ ਕਨੌਰਾਂ ਦੇ ਕਾਤਲ ਫੈਸਲੇ ਵਾਸਤੇ ਮੇਰੇ ਹਵਾਲੇ ਕਰ ਦਿੱਤੇ ਗਏ ਤੇ ਫੌਜਾਂ ਨੂੰ ਛਾਉਣੀਆਂ ਵਿੱਚ ਵਾਪਸ ਭੇਜ ਦਿੱਤਾ ਗਿਆ ਤੇ ਮੈਂ ਝੱਟ ਮੁਲਕ ਦੇ ਵਿੱਚ ਪਹਿਲਾਂ ਵਾਂਗ ਹੀ ਅਮਨ ਕਾਇਮ ਕਰ ਦਿਆਂਗਾ। ਜੇ ਉਹਨੇ ਮੇਰਾ ਹੁਕਮ ਮੰਨ ਲਿਆ ਤਾਂ ਫੇਰ ਮੁਲਕ ਨੂੰ ਉਜੜਨ ਤੇ ਫੌਜ ਨੂੰ ਤਬਾਹ ਹੋਣ ਦੀ ਲੋੜ ਨਹੀਂ। ਇਸ ਮੁਕੱਦਮੇ ਦਾ ਕਾਨੂੰਨੀ ਤੌਰ ਤੇ ਫੈਸਲਾ ਕੀਤਾ ਜਾਵੇਗਾ। ਹੁਣ ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਹਜ਼ਾਰੇ ਵਿੱਚ ਰੌਲਾ ਕਿਹਨੇ ਪਵਾਇਆ ਸੀ। ਇਹ ਪੱਕਾ ਪਤਾ ਲੱਗਦਾ ਕਿ ਐਬਟ ਨੇ ਪਵਾਇਆ ਸੀ ਰੌਲਾ ਹਜ਼ਾਰੇ ਦੇ ਵਿੱਚ। ਰੈਜੀਡੈਂਟ ਦੀ ਇਸ ਘਟਨਾ ਵਿੱਚ ਸਰਦਾਰ ਚਤਰ ਸਿੰਘ ਦਾ ਇਹ ਪੱਖ ਕਰਦਾ ਹੈ ਕਿ ਉਹ ਐਬਟ ਨੂੰ ਲਿਖਦਾ ਕਿ ਹਥਿਆਰਬੰਦ ਆਬਾਦੀ ਦੇ ਭੜਕਣ ਤੋਂ ਪਹਿਲਾਂ ਸਰਦਾਰ ਚਤਰ ਸਿੰਘ ਦੇ ਵਿਰੁੱਧ ਬਦਨੀਤੀ ਦਾ ਕੋਈ ਸਬੂਤ ਨਹੀਂ ਹੈ ਤੇ ਉਹਦਾ ਉਜਰ ਹੈ ਕਿ ਉਹਨੇ ਜੋ ਕੁਛ ਕੀਤਾ ਆਪਣੇ ਬਚਾਅ ਵਾਸਤੇ ਕੀਤਾ। ਇਹ ਸਭ ਕੁਝ ਹੁੰਦਿਆਂ ਵੀ ਐਬਟ ਆਪਣੀ ਜਿੱਦ ਤੋਂ ਬਾਜ ਨਾ ਆਇਆ ਤੇ ਸਰਦਾਰ ਚਤਰ ਸਿੰਘ ਉੱਤੇ ਇੰਨਾ ਜ਼ੋਰ ਪਾਈ ਗਿਆ ਕਿ ਉਹ ਕਨੌਰਾਂ ਦੇ ਕਾਤਲਾਂ ਨੂੰ ਮੇਰੇ ਹਵਾਲੇ ਕਰ ਦੇਵੇ। ਭਲਾ ਇਹ ਕਿਵੇਂ ਹੋ ਸਕਦਾ ਸੀ? ਕਨੌਰਾ ਗੁਨਾਹੀ ਸੀ ਤੇ ਕਤਲ ਕਰ ਦਿੱਤਾ ਗਿਆ। ਸਰਦਾਰ ਚਤਰ ਸਿੰਘ ਉਹਦੇ ਕਾਤਲ ਨੂੰ ਸਜ਼ਾ ਭੁਗਤਾਉਣ ਵਾਸਤੇ ਫੜਾ ਦਿੰਦਾ ਤਾਂ ਬੜੀ ਬੇਇਨਸਾਫੀ ਸੀ ਤੇ ਹੋ ਸਕਦਾ ਸੀ ਇੰਨੀ ਗੱਲ ਤੋਂ ਖਾਲਸਾ ਫੌਜ ਉਹਦੇ ਉਲਟੋ ਭੜਕ ਉੱਠਦੀਆਂ। ਇਹ ਸਭ ਕੁਝ ਹੋਣ ਤੇ ਇੰਨੀ ਨਰਾਦਰੀ ਝੱਲ ਕੇ ਵੀ ਉਹ ਬੁੱਢਾ ਸਰਦਾਰ ਜਿਹੜਾ ਸੀ ਉਹ ਐਬਟ ਦੇ ਕੋਲ ਆਪ ਹਾਜ਼ਰ ਹੋ ਕੇ ਖਿਮਾ ਦਾ ਮੰਗਣ ਵਾਸਤੇ ਤਿਆਰ ਹੋ ਗਿਆ। ਪਰ ਐਬਟ ਨੇ ਉਹਦੀ ਇੱਕ ਵੀ ਗੱਲ ਜਿਹੜੀ ਸੀ ਨਾ ਮੰਨੀ ਤੇ ਉਹਨੂੰ ਆਗਿਆ ਜਿਹੜੀ ਨਾ ਦਿੱਤੀ ਮਿਲਣ ਵਾਸਤੇ। ਹਰੀਪੁਰ ਦੇ ਦੁਆਲੇ ਹਥਿਆਰਬੰਦ ਜਿੰਨੇ ਮੁਸਲਮਾਨ ਸਨ ਫਿਰ ਰਹੇ ਸੀ ਆਸੇ ਪਾਸੇ। ਭਾਵੇਂ ਉਹ ਵਧੇਰੇ ਵਿਗਾੜ ਤਾਂ ਨਹੀਂ ਸੀ ਕਰ ਸਕੇ ਪਰ ਉਹਨਾਂ ਦਾ ਡਰ ਜ਼ਰੂਰ ਸੀ। ਸਰਦਾਰ ਚਤਰ ਸਿੰਘ ਆਪਣੀਆਂ ਬਹੁਤੀਆਂ ਫੌਜਾਂ ਨੂੰ ਪੁਕਲੀ ਦੇ ਵਿੱਚ ਸਨ ਉਹਦੀਆਂ ਫੌਜਾਂ ਤੇ ਹਰੀਪੁਰ ਵਾਲੀ ਫੌਜ ਸਾਰੀ ਗੜਬੜ ਨੂੰ ਦਬਾਉਣ ਵਾਸਤੇ ਕਾਫੀ ਨਹੀਂ ਸੀ। ਸੋ ਸਰਦਾਰ ਨੇ ਚਿੱਠੀਆਂ ਰਾਹੀਂ ਰਾਜਾ ਗੁਲਾਬ ਸਿੰਘ ਕਸ਼ਮੀਰ ਤੋਂ ਮਦਦ ਵਾਸਤੇ 4 ਰੈਜੀਮੈਂਟਾਂ ਦੀ ਮੰਗੀਆਂ ਤਾਂ ਜੋ ਆਪਣੀ ਰੱਖਿਆ ਕਰ ਸਕੇ। ਇਹ ਚਿੱਠੀ ਐਬਟ ਦੇ ਹੱਥ ਆ ਗਈਆਂ ਤੇ ਉਹਨੇ 13 ਅਗਸਤ ਨੂੰ ਰੈਜੀਡੈਂਟ ਨੂੰ ਲਿਖਿਆ ਕਿ ਸਰਦਾਰ ਚਤਰ ਸਿੰਘ ਬਹੁਤ ਸਾਰੀ ਸਿੱਖ ਫੌਜ ਨੂੰ ਬਗਾਵਤ ਕਰਨ ਵਾਸਤੇ ਭੜਕਾ ਰਿਹਾ ਹੈ। ਕਸ਼ਮੀਰ ਦੇ ਰਾਜੇ ਨੂੰ ਮੁਲਕ ਉੱਤੇ ਹਮਲਾ ਕਰਨ ਵਾਸਤੇ ਬੁਲਾ ਰਿਹਾ ਹੈ। ਕੱਲ ਰਾਤ ਕੁਝ ਚਿੱਠੀਆਂ ਜੋ ਸਰਦਾਰ ਚਤਰ ਸਿੰਘ ਨੇ ਰਾਜਾ ਗੁਲਾਬ ਸਿੰਘ ਕਸ਼ਮੀਰ, ਉਹਦੇ ਪੁੱਤਰ ਰਣਬੀਰ ਸਿੰਘ ਤੇ ਉਹਦੇ ਭਤੀਜੇ ਜਵਾਹਰ ਸਿੰਘ ਨੂੰ ਲਿਖੀਆਂ ਹਨ। ਮੈਂ ਰਾਹ ਦੇ ਵਿੱਚ ਪੜ੍ਹੀਆਂ ਹਨ ਜਿਨ੍ਹਾਂ ਵਿੱਚ 4 ਰੈਜੀਮੈਂਟਾਂ ਦੀ ਮਦਦ ਉਹਨੇ ਮੰਗਣ ਵਾਸਤੇ ਕਿਹਾ ਹੈ, ਲਿਖਿਆ ਹੈ ਉਹਦੇ ਵਿੱਚ। ਇਹਨਾਂ ਚਿੱਠੀਆਂ ਨੂੰ ਪੜਤਾਲ ਕਰਨ ਵਾਸਤੇ ਕਪਤਾਨ ਨਿਕਸਨ ਨੂੰ ਲਾਇਆ ਗਿਆ ਜਿਸ ਨੇ ਪੂਰੀ ਪੜਤਾਲ ਪਿੱਛੋਂ ਸਰਦਾਰ ਚਤਰ ਸਿੰਘ ਨੂੰ ਨਿਰਦੋਸ਼ ਮੰਨਿਆ ਤੇ ਲਿਖਿਆ ਕਿ ਉਹਨਾਂ ਸਾਰੀਆਂ ਘਟਨਾਵਾਂ ਬਾਰੇ ਜੋ ਹੁਣ ਤੱਕ ਹੋਈਆਂ ਹਨ ਸਰਦਾਰ ਚਤਰ ਸਿੰਘ ਨੂੰ ਮਾਫ ਕੀਤਾ ਜਾਂਦਾ ਹੈ। ਹੁਣ ਇਨਸਾਫ ਦਾ ਸਵਾਲ ਪੈਦਾ ਹੁੰਦਾ ਹੈ ਕਿ ਨਿਕਸਲਨ ਕਹਿੰਦਾ ਕਿ ਸਰਦਾਰ ਚਤਰ ਸਿੰਘ ਨਿਰਦੋਸ਼ ਹੈ ਤੇ ਰੈਜੀਡੈਂਟ ਕਹਿੰਦਾ ਹੈ ਸਰਦਾਰ ਦਾ ਕੋਈ ਗੁਨਾਹ ਨਹੀਂ, ਉਸਨੇ ਸਭ ਕੁਝ ਆਪਣੇ ਬਚਾਅ ਵਾਸਤੇ ਕੀਤਾ। ਪਰ ਐਬਟ ਕਹਿੰਦਾ ਕਿ ਠੀਕ ਨਹੀਂ। ਪਰ ਫੈਸਲਾ ਕਰਨ ਵੇਲੇ ਉਸ ਨਿਰਦੋਸ਼ ਸਰਦਾਰ ਨੂੰ ਸਜ਼ਾ ਦਿੱਤੀ ਜਾਂਦੀ ਹੈ, ਭਾਵ ਉਹਦੀ ਜ਼ਗੀਰ ਜ਼ਬਤ ਕਰ ਲਈ ਜਾਂਦੀ ਹੈ, ਉਹਨੂੰ ਨਿਜਾਮਤ ਤੋਂ ਹਟਾ ਦਿੱਤਾ ਜਾਂਦਾ ਹੈ। ਇਹ ਕਿਤੇ ਦੁਨੀਆ ਤੇ ਇਹੋ ਜਿਹਾ ਇਨਸਾਫ ਨਹੀਂ ਸੀ। ਇਹ ਕੋਈ ਇਨਸਾਫ ਨਹੀਂ ਸੀ ਕੀਤਾ ਉਹਨਾਂ ਨੇ। ਨਿਕਸਨ ਨੇ ਸਰਦਾਰ ਚਤਰ ਸਿੰਘ ਨੂੰ ਲਿਖਿਆ ਕਿ ਆਪ ਆਪਣਾ ਆਪ ਸਾਡੇ ਹਵਾਲੇ ਕਰ ਦਿਓ ਤਾਂ ਤੁਹਾਡੀ ਜਾਨ ਇੱਜ਼ਤ ਬਖਸ਼ੀ ਜਾਵੇਗੀ, ਪਰ ਜ਼ਗੀਰ ਤੇ ਨਿਜ਼ਾਮਤ ਜਿਹੜੀ ਉਹ ਨਹੀਂ ਬਚੇਗੀ। ਜਿਹੜਾ ਰੈਜੀਡੈਂਟ ਹੁਣ ਤੱਕ ਸਰਦਾਰ ਚਤਰ ਸਿੰਘ ਨੂੰ ਦੋਸ਼ ਮੰਗਦਾ ਆਇਆ ਸੀ ਉਹ ਵੀ ਇਸ ਸਜ਼ਾ ਨਾਲ ਸਹਿਮਤ ਹੋ ਗਿਆ। ਹੁਣ ਕੋਈ ਵੀ ਬਾਕੀ ਕਸਰ ਨਾ ਰਹਿ ਗਈ ਜੋ ਸਰਦਾਰ ਚਤਰ ਸਿੰਘ ਦੇ ਬਾਗੀ ਹੋਣ ਦੇ ਵਿੱਚ ਰੁਕਾਵਟ ਪਾ ਸਕੇ। ਫਿਰ ਇਹਨਾਂ ਗੱਲਾਂ ਦਾ ਕਰਕੇ ਤੇ ਫਿਰ ਇਹਨੇ
ਚਤਰ ਸਿੰਘ ਨੇ ਬਾਗੀ ਤੇ ਹੋਣਾ ਹੀ ਸੀ। ਹੁਣ ਕੀ ਕਰਦਾ, ਹਰ ਪਾਸਿਓਂ ਦਬਾਇਆ ਜਾ ਰਿਹਾ ਸੀ ਚਤਰ ਸਿੰਘ ਨੂੰ। ਮੇਜਰ ਜਾਰਜ ਲਾਰੈਂਸ ਚ ਲਿਖਦਾ, ਕਹਿੰਦਾ ਕਿ ਸਰਦਾਰ ਚਤਰ ਸਿੰਘ ਸਾਡੇ ਨਾਲ ਸੁਲਾਹ ਕਰਨ ਦਾ ਚਾਹਵਾਨ ਹੈ, ਪਰ ਉਹ ਡਰਦਾ ਹੈ ਕਿ ਉਹ ਸਾਨੂੰ ਰਾਜੀ ਨਹੀਂ ਕਰ ਸਕੇਗਾ। ਇਸ ਘਟਨਾ ਬਾਰੇ ਇਵਾਨ ਸਬੈਲ ਲਿਖਦਾ, ਕਹਿੰਦਾ ਕਿ ਸਰਦਾਰ ਚਤਰ ਸਿੰਘ ਸਾਹਮਣੇ ਕੋਈ ਮਿੱਤਰਾਚਾਰੀ ਦੀ ਸ਼ਰਤ ਨਹੀਂ ਰੱਖੀ ਗਈ ਸੀ। ਰੈਜੀਡੈਂਟ ਨੇ ਕੋਈ ਇਹੋ ਜਿਹੀ ਸੁਲਾਹ ਨਹੀਂ ਤਜਵੀਜ਼ ਕੀਤੀ ਤੇ ਨਾ ਹੀ ਕਿਸੇ ਗੱਲ ਦੀ ਮਨਜ਼ੂਰੀ ਜਿਹੜੀ ਹੈ ਉਹ ਦਿੱਤੀ ਹੈ। ਕਿਸੇ ਨੇ ਸਿੱਖ ਗਵਰਨਰ ਨੂੰ ਇਹ ਨਹੀਂ ਜਤਾਇਆ ਕਿ ਰੈਜੀਡੈਂਟ ਨੇ ਐਬਟ ਵਾਂਗ ਬਿਨਾਂ ਸੋਚੇ ਉਸਨੂੰ ਕਠੋਰਤਾ ਦਾ ਕਾਤਲ ਨਹੀਂ ਠਹਿਰਾਇਆ। ਕਿਸੇ ਇਸ਼ਾਰਾ ਵੀ ਨਹੀਂ ਕੀਤਾ ਕਿ ਕਪਤਾਨ ਐਬਟ ਤੇ ਉਹਦੇ ਵਿੱਚ ਕੋਈ ਝਗੜਾ ਵਿਚਾਰਨਯੋਗ ਨਹੀਂ। ਚਤਰ ਸਿੰਘ ਨਾਲ ਉਹਦੀ ਜੀਵਨ ਰੱਖਿਆ ਤੋਂ ਬਿਨਾਂ ਕੋਈ ਇਕਰਾਰ ਨਹੀਂ ਕੀਤਾ ਗਿਆ। ਉਹਦੇ ਸਾਹਮਣੇ ਸੁਲਾਹ ਦੀ ਕੋਈ ਸ਼ਰਤ ਨਹੀਂ ਰੱਖੀ ਗਈ। ਉਸਨੂੰ ਕਪਤਾਨ ਐਬਟ ਜਿਹਦੇ ਵਿਰੁੱਧ ਸ਼ਿਕਾਇਤ ਕਰਦਾ ਸੀ ਦੇ ਸਾਹਮਣੇ ਪੂਰੀ ਤਰ੍ਹਾਂ ਝੁਕਣ ਵਾਸਤੇ ਕਿਹਾ ਗਿਆ ਸੀ। ਉਸਨੇ ਨਾਲ ਹੀ ਉਸਨੂੰ ਹੁਕਮ ਸੁਣਾਇਆ ਕਿ ਉਹਨੂੰ ਉਹਦੇ ਅਹੁਦੇ ਤੋਂ ਹਟਾ ਦਿੱਤਾ ਗਿਆ ਤੇ ਉਹਦੀ ਸਾਰੀ ਜ਼ਗੀਰ ਜਿਹੜੀ ਹੈ ਜ਼ਬਤ ਵੀ ਕਰ ਲਈ ਗਈ ਹੈ। ਅੱਗੇ ਚੱਲ ਕੇ ਫਿਰ ਇਹੋ ਸੱਜਣ ਅੱਗੇ ਲਿਖਦਾ ਹੈ ਕਿ ਸਰਦਾਰ ਜਦ ਚਤਰ ਸਿੰਘ ਨੂੰ ਤਸੱਲੀ ਹੋ ਗਈ ਕਿ ਦਰਬਾਰ ਤੇ ਰੈਜੀਡੈਂਟ ਕੋਲ ਅਪੀਲ ਕਰਨ ਦਾ ਕੋਈ ਲਾਭ ਨਹੀਂ ਤੇ ਕਪਤਾਨ ਐਬਟ ਦੀ ਕਾਰਵਾਈ ਤੋਂ ਇਨਕਾਰ ਨਹੀਂ ਕੀਤਾ ਗਿਆ, ਤਾਂ ਉਸ ਨੂੰ ਰੱਦ ਕੀਤਾ ਗਿਆ, ਸਿਰਫ ਉਹਦੀ ਜਾਨ ਬਖਸ਼ੀ ਗਈ ਹੈ। ਉਹ ਇਸ ਤੋਂ ਬਿਨਾਂ ਹੋਰ ਕੀ ਸਮਝ ਸਕਦਾ ਸੀ ਕਿ ਪੰਜਾਬ ਦੀ ਸੱਚਮੁੱਚੀ ਤਬਾਹੀ ਵਿੱਚ ਉਹਨੂੰ ਸ਼ਿਕਾਰ ਦਾ ਪਹਿਲਾ ਨਿਸ਼ਾਨਾ ਬਣਾਇਆ ਗਿਆ ਸੀ। ਮਹਾਰਾਣੀ ਦੇ ਦੇਸ਼ ਨਿਕਾਲੇ ਤੇ ਉਹਦੇ ਨਾਲ ਕੀਤੇ ਹੋਏ ਬੁਰੇ ਵਰਤਾਓ ਤੋਂ ਪਹਿਲਾਂ ਹੀ ਬੜਾ ਜਿਹੜਾ ਸੀ ਨਿਰਾਸ਼ਾ ਹੋਇਆ ਤੇ ਭਰਿਆ ਹੋਇਆ ਸੀ ਤੇ ਰਾਜੇ ਦੇ ਵਿਆਹ ਦੇ ਬਾਰੇ ਗੋਲ-ਮੋਲ ਜਵਾਬ ਨੇ ਉਹਦੇ ਦਿਮਾਗ ਦੇ ਵਿੱਚ ਤਰ੍ਹਾਂ ਤਰ੍ਹਾਂ ਦੀਆਂ ਗੋਂਦਾਂ ਜਿਹੜੀਆਂ ਗੁੰਦੀਆਂ ਸੀ, ਉਹਦੇ ਮਨਸੂਬੇ ਜਿਹੜੇ ਸੀ ਪੈਦਾ ਕਰ ਦਿੱਤੇ ਸੀ। ਉਹ ਜ਼ਮਾਨੇ ਦੀ ਚਾਲ ਨੂੰ ਸਮਝ ਰਿਹਾ ਸੀ, ਤਾੜ ਰਿਹਾ ਸੀ। ਕਪਤਾਨ ਐਬਟ ਦੀਆਂ ਕਰਨੀਆਂ ਤੇ ਉਹਨੂੰ ਡੂੰਘੇ ਸ਼ੱਕ ਦੇ ਵਿੱਚ ਪਾ ਰਹੀਆਂ ਸੀ। ਚਤਰ ਸਿੰਘ ਜਾਣਦਾ ਸੀ ਕਿ ਉਹ ਅਫਸਰ ਐਬਟ ਜਿਹੜਾ ਉਹਨੂੰ ਤਬਾਹੀ ਦਾ ਕੰਮ ਨੇਪਰੇ ਚੜ੍ਹਨ ਦੀ ਆਗਿਆ ਦਿੱਤੀ ਗਈ। ਜਦ ਮੁਸਲਮਾਨਾਂ ਨੂੰ ਸਿੱਖਾਂ ਦੇ ਵਿਰੁੱਧ ਭੜਕਾਉਣ ਤੇ ਉਹਨਾਂ ਦੇ ਦਿਲ ਵਿੱਚ ਵੱਡੇ ਵਡੇਰਿਆਂ ਦੇ ਕਾਤਲਾਂ ਦੀ ਯਾਦ ਤਾਜ਼ਾ ਕਰਨ ਦੀ ਚਾਲ ਵੱਡੇ ਵੱਡੇ ਅੰਗਰੇਜ਼ ਅਫਸਰਾਂ ਦੇ ਅਖਤਿਆਰ ਤੇ ਪ੍ਰਵਾਨ ਕੀਤੀ, ਤਾਂ ਬੁੱਢੇ ਸਰਦਾਰ ਦੇ ਦਿਲ ਵਿੱਚ ਵੀ ਦੁਸ਼ਮਣ ਦੀ ਅੱਗ ਭੜਕ ਉੱਠੀ। ਉਹਨੂੰ ਨਿਰਾਸ਼ਤਾ ਦੇ ਖੂਹ ਦੇ ਵਿੱਚ ਧੱਕਾ ਦਿੱਤਾ ਗਿਆ ਸੀ। ਹੁਣ ਉਹ ਬੜਾ ਚਿਰ ਜਸ਼ੀਲੇ ਸਿੱਖਾਂ ਫੌਜ ਤੇ ਆਪਣੇ ਮਗਰ ਲੱਗਣ ਵਾਲਿਆਂ ਨੂੰ ਬਗਾਵਤ ਤੋਂ ਨਹੀਂ ਰੋਕ ਸਕਦਾ ਸੀ। ਅੰਤ ਉਹਨੇ ਖੁੱਲ੍ਹਮ ਖੁੱਲਾ ਫਿਰ ਬਗਾਵਤ ਕਰ ਦਿੱਤੀ ਤੇ ਆਪਣੇ ਧਰਮ ਤੇ ਸਿੱਖ ਰਾਜ ਵਾਸਤੇ ਆਖਰੀ ਜੰਗ ਵਿੱਚ ਆਪਣਾ ਜੀਵਨ ਅਰਪਣ ਕਰ ਦਿੱਤਾ ਸੀ ਚਤਰ ਸਿੰਘ ਨੇ। ਹੁਣ ਸਰਦਾਰ ਚਤਰ ਸਿੰਘ ਨੇ ਬਗਾਵਤ ਕਰ ਦਿੱਤੀ। ਸੱਚੀ ਗੱਲ ਤਾਂ ਇਹ ਹੈ ਕਿ ਉਹਨੂੰ ਬਗਾਵਤ ਕਰਨ ਵਾਸਤੇ ਮਜਬੂਰ ਕਰ ਦਿੱਤਾ ਗਿਆ ਸੀ। ਉਹ ਚਾਅ ਨਾਲ ਬਾਗੀ ਨਹੀਂ ਸੀ ਹੋਇਆ, ਸਗੋਂ ਉਹਨੂੰ ਬਦੋ-ਬਦੀ ਬਾਗੀ ਬਣਾਇਆ ਗਿਆ ਸੀ। ਹੁਣ ਚੁਫੇਰੇ ਅੱਗ ਮੱਚ ਉੱਠੀ। ਚਤਰ ਸਿੰਘ ਦੇ ਬਾਗੀ ਹੋਣ ਦਾ ਐਲਾਨ ਸੁਣ ਕੇ ਦਲਾਂ ਦੇ ਦਲ ਜਿਹੜੇ ਸੀ ਉਹਦੇ ਝੰਡੇ ਹੇਠ ਇਕੱਠੇ ਹੋ ਗਏ ਤੇ ਕਈ ਛਾਉਣੀਆਂ ਵਿੱਚ ਵੀ ਸਿਪਾਹੀ ਜਿਹੜੇ ਸੀ ਉਹ ਬਾਗੀ ਹੋ ਗਏ। ਜਿਹੜਾ ਬੁੱਢਾ ਸਰਦਾਰ ਚਤਰ ਸਿੰਘ ਕੁਝ ਸਮਾਂ ਪਹਿਲਾਂ ਤੀਰਥ ਯਾਤਰਾ ਦੀ ਚਾਹ ਰੱਖਦਾ ਸੀ, ਹੁਣ ਰਣ ਤੀਰਥ ਵਿੱਚ ਸ਼ਹੀਦ ਹੋਣ ਵਾਸਤੇ ਤਿਆਰ ਹੋ ਗਿਆ। ਆਪਣੇ ਬਾਗੀ ਹੋਣ ਦੀ ਖਬਰ ਉਸਨੇ ਆਪਣੇ ਪੁੱਤਰ ਰਾਜਾ ਸ਼ੇਰ ਸਿੰਘ ਨੂੰ ਘੱਲ ਦਿੱਤੀ। ਸਾਰੀਆਂ ਗੱਲਾਂ ਨੂੰ ਵਿਚਾਰ ਕੇ ਰਾਜਾ ਸ਼ੇਰ ਸਿੰਘ ਨੇ ਵੀ ਬਾਗੀ ਹੋਣ ਦਾ ਐਲਾਨ ਕਰ ਦਿੱਤਾ। ਹੁਣ ਇਹਦਾ ਪੁੱਤਰ ਜਿਹੜਾ ਹੈ ਸ਼ੇਰ ਸਿੰਘ, ਉਹਨੇ ਵੀ ਬਾਗੀ ਹੋਣ ਦਾ ਐਲਾਨ ਕਰ ਦਿੱਤਾ। ਫਿਰ 13 ਸਤੰਬਰ ਨੂੰ ਸ਼ੇਰ ਸਿੰਘ ਨੇ ਇੱਕ ਗੁਪਤ ਚਿੱਠੀ ਆਪਣੇ ਭਰਾ ਗੁਲਾਬ ਸਿੰਘ ਨੂੰ ਲਾਹੌਰ ਵਿੱਚ ਲਿਖੀ, ਜਿਸਦਾ ਭਾਵ ਸੀ ਕਿ ਸਿੰਘ ਸਾਹਿਬ ਮੈਨੂੰ ਵਾਰ-ਵਾਰ ਲਿਖਦੇ ਹਨ, ਸਿੰਘ ਸਾਹਿਬ ਆਪ ਪਿਤਾ ਜੀ ਮੈਨੂੰ ਵਾਰ-ਵਾਰ ਲਿਖਦੇ ਹਨ ਕਿ ਉਹ ਕੈਪਟਨ ਐਬਟ ਦੇ ਹਮੇਸ਼ਾ ਹੁਕਮ ਮੰਨਦੇ ਹਨ, ਮਗਰ ਉਸ ਅੰਗਰੇਜ਼ ਅਫਸਰ ਐਬਟ ਨੇ ਹਜ਼ਾਰੇ ਦੇ ਮੁਸਲਮਾਨਾਂ ਨਾਲ ਮਿਲ ਕੇ ਬੜਾ ਅਨਰਥ ਕੀਤਾ ਹੈ ਤੇ ਪਿਤਾ ਜੀ ਨੂੰ ਬੜਾ ਦੁੱਖ ਦਿੱਤਾ ਹੈ। ਵਧੇਰੇ ਕੀ ਆਖਾਂ, ਉਸ ਅੰਗਰੇਜ਼ ਅਫਸਰ ਨੇ ਖਾਲਸੇ ਦਾ ਨਾਸ਼ ਕਰਨ ਵਿੱਚ ਕੋਈ ਕਸਰ ਨਹੀਂ ਛੱਡੀ। ਹੁਣ ਤੱਕ ਕਪਤਾਨ ਐਡਵਰਡ ਮੇਰੇ ਨਾਲ ਚੰਗਾ ਵਰਤਾਓ ਕਰਦਾ ਰਿਹਾ ਹੈ, ਪਰ ਪਿਛਲੇ ਸਤਵਾਰੇ ਤੋਂ ਉਹਦੇ ਦਿਲੀ ਭਾਵ ਜਿਹੜੇ ਕੁਝ ਬਦਲ ਗਏ ਨੇ। ਇਸ ਵਾਸਤੇ ਮੈਂ ਪਿਤਾ ਜੀ ਨੂੰ ਭਾਵ ਚਤਰ ਸਿੰਘ ਨੂੰ ਮਿਲਣ ਦਾ ਪੱਕਾ ਪ੍ਰਣ ਕਰ ਲਿਆ ਹੈ। ਜੇ ਪਿਤਾ ਜੀ ਦੀ ਆਗਿਆ ਤੇ ਮੇਰੀ ਸਲਾਹ ਉੱਤੇ ਤੈਨੂੰ ਕੁਝ ਵੀ ਸ਼ਰਧਾ ਹੋਵੇ ਤਾਂ ਚਿੱਠੀ ਮਿਲਦਿਆਂ ਹੀ ਪਿਤਾ ਜੀ ਕੋਲ ਚਲੇ ਜਾਣਾ, ਤੇ ਨਹੀਂ ਤਾਂ ਜੰਮੂ ਜਾਂ ਹੋਰ ਕਿਸੇ ਥਾਂ ਚਲੇ ਜਾਣਾ। ਇਸ ਕੰਮ ਵਿੱਚ ਢਿੱਲ ਨਾ ਕਰਨੀ। ਜੇ ਮੇਰੀ ਸਲਾਹ ਪ੍ਰਵਾਨ ਹੋਵੇ ਤਾਂ ਜੋ ਤੈਨੂੰ ਚੰਗਾ ਲੱਗੇ ਕਰਨਾ, ਪਰ ਨਾਲ ਇੱਕ ਗੱਲ ਚੇਤੇ ਰੱਖਣੀ ਕਿ ਪਿਤਾ ਜੀ ਦੀ ਆਗਿਆ ਮੰਨਣੀ ਔਲਾਦ ਦਾ ਧਰਮ ਹੈ। ਇਹ ਜੀਵਨ 4 ਦਿਹਾੜੇ ਹੈ। ਹੁਣ ਮੇਰੀ ਚਿੱਠੀ ਦੀ ਉਡੀਕ ਨਾ ਰੱਖਣੀ। ਜਿਉਂਦੇ ਰਹੇ ਤਾਂ ਫਿਰ ਮਿਲਾਂਗੇ, ਨਹੀਂ ਤਾਂ ਵਾਹਿਗੁਰੂ ਨੂੰ ਭਾਵੇ। ਇਹ ਸ਼ੇਰ ਸਿੰਘ ਨੇ ਚਿੱਠੀ ਆਪਣੇ ਭਰਾ ਗੁਲਾਬ ਸਿੰਘ ਨੂੰ ਲਾਹੌਰ ਵਿਖੇ ਭੇਜ ਦਿੱਤੀ। ਫਿਰ 14 ਸਤੰਬਰ
1848 ਈਸਵੀ ਨੂੰ ਰਾਜਾ ਸ਼ੇਰ ਸਿੰਘ ने बागी होने का ऐलान कर दिता। सारे पंजाबियों ते होर लोकां तो ये गल जिहड़ी है लुकी छुपी नहीं हुई कि सचखंड वासी महाराजा रणजीत सिंह की विधवा महारानी जिंद कौर उत्ते फरंगियां ने इस तरह का अत्याचार किया है जिसकी जो कि बेपती की गई है ते प्रजा उत्ते फरंगियां ने जो सख्तियां कीतियां हन वो भी किसी कोलों गुझियां नहीं हन। पहला तो पंजाबियों की माता जेही राणी जिंद कौर नूं देश निकाला दे के सुलह तोड़ी है ते दूजी गल साडे महाराजा रणजीत सिंह की संतान वर्गे सिखां उत्ते अजिहा अनियात जुल्म किया है कि असीं धर्मों विहीन हो गए हाँ। तीजी गल सिख धर्म की पहली वडियाई नहीं रही सो हुण की वेखदे आओ अपने सरबंस वास्ते एक हो जाओ। ये गल शेर सिंह ने ऐलान दे विच कही। हुण ये ऐलान कढ के राजा शेर सिंह अंग्रेजों का साथ छड्ड के मूल राज वल नूं तुर पिया। वो अंग्रेजों नाल विगाड़ना नहीं सी चाहुंदा। ये उहदे पहले काम तो साफ सिद्ध है। उहदी फौज दे विचों सिपाहियां ने कई बार बगावत करन दी कीती पर बड़े जोर नाल उहनां नूं दबाउंदा रहा सी। कई जोशीले सिपाही उहनूं गालां कढण तक गए पर उहदा नाम शेर सिंह दी थां शेख सिंह सददे सन। एक सिपाही सुजान सिंह ने उहनूं जहर देण दा उपराला भी कीता सी पर गूंज प्रगट हो गई ते 26 अगस्त 1848 ਨੂੰ ਸੁਜਾਨ ਸਿੰਘ ਤੋਪ ਅੱਗੇ ਉਡਾਇਆ ਗਿਆ। ਇੰਨੀ ਔਖਿਆਈ ਨਾਲ ਅੰਗਰੇਜ਼ ਭਗਤੀ ਨਿਭਾਉਣ ਵਾਲਾ ਸ਼ੇਰ ਸਿੰਘ ਅੰਤ ਫਿਰ ਬਾਗੀ ਹੋ ਗਿਆ। ਉਹਦੇ ਬਾਗੀ ਹੋਣ ਦਾ ਇਹ ਕਾਰਨ ਸਨ ਕਿ ਦਲੀਪ ਸਿੰਘ ਦੀ ਸ਼ਾਦੀ ਤੋਂ ਨਾ ਕਰਨੀ, ਸਰਦਾਰ ਚਤਰ ਸਿੰਘ ਦੀ ਬੇਇਨਸਾਫੀ, ਸਰਦਾਰ ਚਤਰ ਸਿੰਘ ਨਾਲ ਬੇਇਨਸਾਫੀ ਤੇ ਮਹਾਰਾਣੀ ਜਿੰਦ ਕੌਰ ਦਾ ਦੇਸ਼ ਨਿਕਾਲਾ। ਇਹ ਤੋਂ ਵਿਗੜੇ ਹੋਏ ਸਿਪਾਹੀਆਂ ਦਾ ਬਗਾਵਤ ਵਾਸਤੇ ਮਜਬੂਰ ਕਰਨਾ। ਹੁਣ ਸਾਰੇ ਪੱਛਮੀ ਪੰਜਾਬ ਦੇ ਵਿੱਚ ਬਗਾਵਤ ਹੋ ਗਈ ਸੀ। ਰਾਜਾ ਸ਼ੇਰ ਸਿੰਘ ਸਰਦਾਰ ਚਤਰ ਸਿੰਘ ਬਾਗੀ ਹੋਣ ਸਮੇਂ ਦਾ ਰੰਗ ਜਿਹੜੇ ਬਦਲ ਗਿਆ ਸੀ। ਉਹ ਸਾਰੀਆਂ ਛਾਉਣੀਆਂ ਤੇ ਸਿਪਾਹੀ ਖੁੱਲਮ ਖੁੱਲਾ ਬਾਗੀ ਹੋ ਗਏ। ਜਿਨ੍ਹਾਂ ਤੋਂ ਡਰਦਿਆਂ ਉਹਨਾਂ ਨੇ ਅਫਸਰਾਂ ਨੂੰ ਵੀ ਬਾਗੀ ਹੋਣਾ ਪਿਆ। ਅਸਲ ਵਿੱਚ ਇਹ ਖੁੱਲੀ ਬਗਾਵਤ ਅੰਗਰੇਜ਼ਾਂ ਦੇ ਮਨ ਦੀ ਮੁਰਾਦ ਸੀ ਜਿਸ ਦੇ ਬਹਾਨੇ ਪੰਜਾਬ ਨੂੰ ਜ਼ਬਤ ਕੀਤਾ ਜਾਵੇ। ਹੁਣ ਬਗਾਵਤ ਦੇ ਕਾਰਨ ਕੀ ਹਨ? मुल्तान की बगावत के कारण सन मुल्तान की बगावत नूं दबाउण विच ढिल करनी, महाराजा दलीप सिंह का विआह दिन का पक्का ना करन तो ना करनी, महारानी जिंद कौर का देश निकाला, कैप्टन एबट ते मुसलमानों नूं सिखां दे विरुद्ध भड़काउणा, सरदार चतर सिंह नाल बेइंसाफी ते नाम कट्टे बेकार सिपाही जिहड़े सन वो इस दे विरुद्ध सन। सो इस तो बाद साध संगत किवें फिर मुल्तान का जंग हुंदा है ਉਹ ਜਿਹੜੀ ਵਾਰਤਾ ਹੈ ਆਪਾਂ ਆਉਣ ਵਾਲੇ ਦਿਨਾਂ 'ਚ ਵਾਚਾਂਗੇ। ਇੱਥੋਂ ਤੱਕ ਆਪਾਂ ਕਾਰਨ ਵਾਚੇ ਹਨ, ਕੀ ਕਾਰਨ ਬਣੇ ਸਨ ਮੁਲਤਾਨ ਦੀ ਜੰਗ ਦੇ। ਸੋ ਇੱਥੇ ਹੀ ਕਲਾਸ ਦੀ ਸਮਾਪਤੀ ਹੈ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ, ਬਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।